ਅੱਜ ਦੀ ਦੁਨੀਆ ਜੇ ਤੁਸੀਂ ਲੋਕਾਂ ਨੂੰ ਖੁਸ਼ ਕਰਨਾ ਚਾਹੋ ਨਹੀਂ ਹੋ ਸਕਦੇ, क्योंकि मैं अपने दुख से दुखी नहीं, तेरे सुख से दुखी हूँ। तेरा सुख जाते दुख च नहीं बदलता, उदों से मैं सुखी नहीं हो सकता। इस करके दुनिया सुखी हो ही नहीं सकती। ਜਿਹੜਾ ਇਹਨਾਂ 'ਚ ਬਾਇਓਲੋਜੀਕਲ ਕਮੀ ਹੈ ਉਹਦਾ ਜ਼ਿੰਮੇਵਾਰ ਤਾਂ ਮੈਂ ਆ ਜਿਹਨੂੰ ਪੈਦਾ ਕੀਤਾ। ਇਹਨਾਂ ਦਾ ਕੀ ਕਸੂਰ ਹੈ? ਜੇ ਸਾਡੇ ਕੋਈ ਹੈਂਡੀਕੈਪ ਬੱਚਾ ਜੰਮ ਪਏ ਉਹਨੂੰ ਤਾਂ ਨਹੀਂ ਛੱਡਦੇ, ਫਿਰ ਉਹਨੂੰ ਸਾਰੀ ਉਮਰ ਪਾਲਦੇ ਆ। किला होया सी कि साढ़े अपने आखिरकार शायद साढ़े अपने नहीं हो सकते होता है, क्योंकि हम लोग की लाइफ में ऐसे होता है ना, अपनी फैमिली तो एक्सेप्ट नहीं करती बहुत टाइम पे, बहुत लोगों की फैमिली नहीं एक्सेप्ट करती है, फैमिली बाहर कर देती है घर से। कोई बंदा दान दे के अमीर बना सकता? नहीं बना सकता। भीख दे के अमीर बना सकता? नहीं बना सकता। सानू इस काबिल बनाओ कि असीं उदों जिन्नी उहदा रेट उदों भी वध पैसे देण दे काबिल होईए। जित लड़न वाले लोगों की होंदी है, भीख मंगण वाले लोगों की जित नहीं होंदी कदे। ਇੱਥੇ ਜਦੋਂ ਆਉਂਦੇ ਸੀ ਨਾ ਲੋਕ ਵਧਾਈਆਂ ਦੇਣ, ਨਾਲ ਉਹਨਾਂ ਨੂੰ ਕਹਿੰਦਾ ਰਿਹਾ ਵੀ ਲੜੋ, ਲੜਾਈ ਲੜੋ, ਇਹ ਤਾਂ ਗਲਤ ਹੈ, ਤੁਸੀਂ ਸਮਾਜ ਦੇ ਹਿੱਸਾ ਬਣੋ। ਹਿੰਦੁਸਤਾਨ 'ਚ ਹੀ ਹੈ ਇਹ ਗੱਲ ਕਿ 2014 ਤੱਕ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਅੱਜ ਜਿਸ ਪਰਿਵਾਰ ਦੇ ਨਾਲ ਤੁਹਾਡਾ ਜੇ ਕਹੀਏ ਕਿ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਤੇ ਜਿਹੜੀ ਉਹਨਾਂ ਦੀ ਕਹਾਣੀ ਹੈ, ਉਹ ਕਹਾਣੀ ਆਪਣੇ ਆਪ ਦੇ ਵਿੱਚ ਕਈ ਪਹਿਲੂਆਂ ਤੋਂ ਜੋੜਦੀ ਹੈ, ਕਈ ਪਹਿਲੂ ਉਹ ਦਰਸਾਊਗੀ। ਉਸ ਤੋਂ ਬਾਅਦ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਉਹ ਪਰਿਵਾਰ ਦੇ ਬਾਰੇ ਤੁਸੀਂ ਸੋਚੋਗੇ, ਸਮਝੋਗੇ, ਤੇ ਨਾਲ ਹੀ ਇੱਕ ਸੇਧ ਜਿਹੜੀ ਹੈ ਉਹ ਕਈ ਸੇਧਾਂ ਨੇ। ਮੈਂ ਇਸ ਟਾਈਮ ਚੰਡੀਗੜ੍ਹ ਹੀ ਅਸੀਂ ਖੜ੍ਹੇ ਹਾਂਗੇ, ਤੇ ਚੰਡੀਗੜ੍ਹ ਦੇ ਵਿੱਚ ਪਰਿਵਾਰ ਨੇ ਜਿਸ ਤਰ੍ਹਾਂ ਦਾ ਜੇ ਕਿਹਾ ਜਾਵੇ ਕਿ ਇੱਕ ਮਿਸਾਲ ਹੀ ਕਹਿ ਸਕਦੇ ਹਾਂ ਉਹਨੂੰ ਸਮਾਜ ਦੇ ਵਾਸਤੇ, ਤੇ ਇੱਕ ਚੈਲੰਜ ਬਹੁਤ ਵੱਡਾ ਜਿਹੜਾ ਹਮੇਸ਼ਾ ਰਹਿੰਦਾ, ਜਿਹੜਾ ਕੋਈ ਸੋਚ ਵੀ ਨਹੀਂ ਸਕਦਾ, ਉਹ ਕਿਤੇ ਨਾ ਕਿਤੇ ਕਬੂਲ ਵੀ ਕੀਤਾ, ਉਹਨੂੰ ਸਿਰੇ ਵੀ ਲਾਇਆ। ਤਾਂ ਉਹ ਗੱਲ ਇਸ ਤਰ੍ਹਾਂ ਦੇ ਨਾਲ, ਜੇ ਇੱਕ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਦਲਵਾਰਾ ਸਿੰਘ ਦੇ ਅਸੀਂ ਪਰਿਵਾਰ ਦੇ ਨਾਲ ਬੈਠੇ, ਤੁਸੀਂ ਸਾਹਮਣੇ ਤੁਹਾਨੂੰ ਦਿਖਾ ਦੇਣਾ, ਗੱਲਾਂ ਬਾਤਾਂ ਵੀ ਉਹਨਾਂ ਦੇ ਨਾਲ ਕਰਾਂਗੇ। ਦਲਵਾਰਾ ਸਿੰਘ ਦੇ ਨਾਲ ਸ਼ਮਸ਼ੇਰ ਕੌਰ ਉਹਨਾਂ ਦੀ ਪਤਨੀ ਨੇਗੇ, ਨਾਲ ਹੀ ਉਹਨਾਂ ਦੀ ਪਤਨੀ ਦੇ ਤੁਸੀਂ ਦੇਖੋਗੇ ਧਨੰਜੇ ਨੇ, ਕਿੰਨਰ ਨੇ ਉਹ, ਤੇ ਦੂਜੇ ਪਾਸੇ ਦੇਖਿਆ ਜਾਵੇ ਰੁਦਰ ਨੇ, ਜਿਹੜੇ ਹੁਣ ਪੂਰਾ ਪਰਿਵਾਰ ਤੁਸੀਂ ਦੇਖ ਲਿਆ। ਅਜਿਹੇ ਪਰਿਵਾਰਾਂ ਦੇ ਨਾਲ ਤੁਸੀਂ ਅੱਗੇ ਵੀ ਦੇਖਦੇ ਰਹਿੰਦੇ ਹੋਵੋਗੇ ਕਿਸ ਤਰ੍ਹਾਂ ਦੇ ਨਾਲ ਬਜ਼ੁਰਗਾਂ ਦੇ ਨਾਲ ਆਪਦੇ ਧੀ ਪੁੱਤ ਬੈਠੇ ਹੁੰਦੇ ਨੇ। ਤੇ ਦਲਵਾਰਾ ਸਿੰਘ ਨੇ ਜੇ ਕਹੀਏ ਕਿ ਇਹ ਕੋਈ ਛੋਟਾ ਚੈਲੰਜ ਨਹੀਂ ਸੀ, ਜਾਂ ਫਿਰ ਕਹੀਏ ਕਿ ਬਹੁਤ ਵੱਡੀ ਸੇਧ ਇੱਕ ਸਮਾਜ ਨੂੰ ਦੇ ਚੱਲੇ ਨੇ, ਕਿ ਜਿਹੜੀ ਸ਼ਾਇਦ ਲੋਕ ਸੋਚਣਗੇ ਸਮਝਣਗੇ ਤਾਂ ਉਦੋਂ ਬਾਅਦ ਦੇ ਵਿੱਚ ਖੁਦ ਕਰਨ ਵਾਸਤੇ ਅੱਗੇ ਵੀ ਕਿਤੇ ਨਾ ਕਿਤੇ ਆਉਣਗੇ। ਤੇ ਕਿਹਾ ਜਾ ਸਕਦਾ ਕਿ ਇਹ ਕਿਤੇ ਨਾ ਕਿਤੇ ਉਹ ਸੇਧ ਰਹੂ ਕਿ ਸਮਾਜ ਦੇ ਇੰਨੀ ਨੂੰ ਬਦਲੂਗੀ। ਦਲਵਾਰਾ ਸਿੰਘ ਤੋਂ ਸ਼ੁਰੂਆਤ ਕਰਾਂਗੇ, ਉਹਨਾਂ ਨਾਲ ਹੀ ਗੱਲ ਕਰਾਂਗੇ। ਪਹਿਲਾਂ ਦਲਵਾਰਾ ਸਿੰਘ ਜੀ, ਜੇ ਕਹੀਏ ਕਿ ਜੋ ਚੀਜ਼ਾਂ ਕਈਆਂ ਸਾਹਮਣੇ ਬੈਠਾ ਪਰਿਵਾਰ ਹੱਸਦਾ ਖੇਡਦਾ ਜਦੋਂ ਅਸੀਂ ਦੇਖਦੇ ਹਾਂ, ਲੋਕਾਂ ਨੇ ਦੇਖ ਲਿਆ ਹੋਣਾ ਵੀ ਕਾਮਯਾਬ ਪਰਿਵਾਰ, ਪਰ ਜਿਹੜੀ ਸੇਧ ਤੁਸੀਂ ਦੇ ਚੱਲੇ ਹੋ ਕਿ ਆਖਰਕਾਰ ਅੱਜ ਤੁਹਾਡੇ ਨਾਲ ਬੈਠੇ ਹਾਂਗੇ ਅਸੀਂ, ਕਿ ਤੁਸੀਂ ਅਡੋਪਟ ਕਰਿਆ ਇਹਨਾਂ ਨੂੰ, ਮਨ ਦੇ ਵਿੱਚ ਕਿਤੇ ਵੀ ਸ਼ਿਕਰ ਨਹੀਂ ਆਈ ਵੀ ਮੈਂ ਕੀ ਕਰਨ ਜਾ ਰਿਹਾ? ਇੱਕ ਤਾਂ ਤੁਸੀਂ ਆਪਣਾ ਕਰੈਕਟ ਕਰੋ, ਅਸੀਂ ਸੇਧ ਦੇ ਚੱਲੇ ਨਹੀਂ। ਮੈਂ ਤਾਂ ਕਹਿਣਾ ਨਾ, ਕਿਉਂਕਿ ਤੁਹਾਡੇ ਵਾਲੀ ਤਾਂ ਅਮਰ ਰਹਿਣ ਵਾਲੀ ਆ, ਉਦੋਂ ਇਹ ਪਤਾ ਨਹੀਂ ਕਿੱਥੇ ਕਿੱਥੇ ਕਦੋਂ ਸੁਣਨੀ ਆ ਲੋਕਾਂ ਨੇ। ਦੇ ਰਹੇ ਆ, ਦਿੰਦੇ ਰਹਾਂਗੇ, ਔਰ ਜਾ ਕੇ ਵੀ ਇੱਥੇ ਹੁੰਦੇ ਵੀ। ਬਾਕੀ ਤੁਸੀਂ ਪੁੱਛਿਆ ਸੀ ਵੀ ਇਹ ਕੀ ਇਹਦੇ 'ਚ ਮਹਿਸੂਸ, ਅੱਜ ਦੀ ਦੁਨੀਆ ਜੇ ਤੁਸੀਂ ਲੋਕਾਂ ਨੂੰ ਖੁਸ਼ ਕਰਨਾ ਚਾਹੋ ਨਹੀਂ ਹੋ ਸਕਦੇ, क्योंकि मैं अपने दुख से दुखी नहीं, तेरे सुख से दुखी हूँ। तेरा सुख जाते दुख च नहीं बदलता, उदों से मैं सुखी नहीं हो सकता। इस करके दुनिया सुखी हो ही नहीं सकती। ਸਭ ਤੋਂ ਵੱਡਾ ਕਾਰਨ ਇਹੀ ਹੈ जी, ਸਭ ਤੋਂ ਵੱਡਾ ਕਾਰਨ ਇਹੀ ਹੈ। यही कारण है, जैलसी। और या घरां च ਇਹ ਅੱਜ ਤੱਕ ਕਿਸੇ ਨੇ ਐਨਾਲਿਸਿਸ ਨਹੀਂ ਕੀਤਾ ਇਸ ਗੱਲ ਦਾ ਕਿ ਅਸਲੀ ਕਾਰਨ ਤਾਂ ਹਿੰਦੁਸਤਾਨ ਦਾ ਘਰਾਂ 'ਚ ਜਿਹੜੀ ਫੁੱਟ ਹੈ ਨੂੰਹ ਸੱਸ ਦੀ, ਦਰਾਣੀ ਜਠਾਣੀ ਦੀ, ਔਰ ਨਨਾਣ ਔਰ ਭਰਜਾਈ ਦੀ, ਔਰ ਇਹ ਜਿਹੜੀ ਫੁੱਟ ਹੈ ਨਾ, ਇਹ ਬਰਬਾਦੀ ਦਾ ਕਾਰਨ ਹੈ ਹਿੰਦੁਸਤਾਨ ਦਾ। ਸਾਰੇ ਹਿੰਦੁਸਤਾਨ ਦੇ ਮੁਲਕ ਦੀ ਬਰਬਾਦੀ ਦਾ ਕਾਰਨ ਹੈ। ਬਾਹਰਲੇ ਮੁਲਕਾਂ 'ਚ ਨਹੀਂ ਆਏ, ਇੱਥੇ ਹੀ ਹੈ। ਇਹ ਜਾਂ ਇਹੋ ਜਿਹੇ ਹੋਰ ਇੱਕ ਦੋ ਕੰਟਰੀਜ਼ ਨੇ ਜਿਹੜੀਆਂ ਅੰਡਰ ਡਿਵੈਲਪਡ ਨੇ, ਉਹਨਾਂ 'ਚ ਇਹ ਜਾਤੀ ਦੂਰ ਨਹੀਂ ਹੁੰਦਾ। ਮੈਂ ਇਹ ਸਾਰਾ ਕੁਝ अपना एजेंडे पे लेके चलिया हैं। घर से मैं अकेला ही चला था, जानवे मंजिल मगर काफिले मिलते गए, कारवां बढ़ता गया। इस आस नाल चलिया भी काफिला ਵਧੂਗਾ ਜ਼ਰੂਰ,
ਕਾਰਵਾ ਬਣੂਗਾ ਇਹ, ਔਰ ਲੋਕੀ ਸਮਝਣਗੇ, ਲੋਕਾਂ ਨੂੰ ਮਤ ਆਊਗੀ, ਘਰ ਸਵਰਗ ਬਣੂਗਾ। ਮੈਨੂੰ ਕੋਈ ਬੰਦਾ ਦਾਨ ਦੇ ਕੇ ਅਮੀਰ ਬਣਾ ਸਕਦਾ? ਨਹੀਂ ਬਣਾ ਸਕਦਾ। ਭੀਖ ਦੇ ਕੇ ਅਮੀਰ ਬਣਾ ਸਕਦਾ? ਨਹੀਂ ਬਣਾ ਸਕਦਾ। ਸਾਨੂੰ ਇਸ ਕਾਬਲ ਬਣਾਓ ਕਿ ਅਸੀਂ ਉਦੋਂ ਜਿੰਨੇ ਉਹਦਾ ਰੇਟ ਆ ਉਦੋਂ ਵੀ ਵੱਧ ਪੈਸੇ ਦੇਣ ਦੇ ਕਾਬਲ ਹੋਈਏ। ਪਰ ਦਰਬਾਰਾ ਸਿੰਘ ਜੀ, ਤੁਸੀਂ ਲਗਾਤਾਰ ਜੇ ਕਿਹਾ ਜਾਵੇ, ਤੁਹਾਨੂੰ ਅਮੂਮਨ ਤੌਰ ਤੇ ਸਾਰੇ ਜਾਣਦੇ ਨੇ, ਸਮਾਜ ਸੇਵੀ ਕੰਮਾਂ 'ਚ ਹੋਵੇ, ਯੂਨੀਅਨ 'ਚ ਤੁਸੀਂ ਲਗਾਤਾਰ ਕੰਮ ਕਰਦੇ ਰਹੇ, ਪਰ ਜਦੋਂ ਤੁਸੀਂ ਇੰਨਾ ਵੱਡਾ ਇਹ ਫੈਸਲਾ ਲਿਆ, ਤੁਹਾਨੂੰ ਆਪਦੇ ਆਪ ਨੂੰ ਕਿਤੇ ਵੀ ਸ਼ਿਕਨ ਨਹੀਂ ਮਹਿਸੂਸ ਹੋਈ? ਜਾਂ ਪਰਿਵਾਰ ਦੇ ਵਿੱਚ ਜਦੋਂ ਤੁਸੀਂ, ਹਾਲਾਂਕਿ ਆਂਟੀ ਨਾਲ ਵੀ ਗੱਲ ਕਰਾਂਗੇ, ਇਹਨਾਂ ਸ਼ਮਸ਼ੇਰ ਕੌਰ ਜੀ ਨਾਲ ਗੱਲ ਕਰੀ, ਉਦੋਂ ਕਿਉਂਕਿ ਆਪਸੀ ਸਲਾਹ ਤਾਂ ਕੀਤੀ ਹੋਣੀ ਤੁਹਾਨੇ ਦੋਹਾਂ ਜਣਿਆਂ ਨੇ? ਸਾਨੂੰ ਬਹੁਤ ਮਹਿਸੂਸ ਹੋਇਆ, ਖੁਸ਼ੀ ਮਹਿਸੂਸ ਹੋਈ, ਔਰ ਬਿਲਕੁਲ ਖੁਸ਼ੀ ਨਾਲ ਫੁੱਲ ਗਏ, ਕਿਉਂਕਿ ਸਾਡਾ ਜਿਹੜਾ ਸਾਰਾ ਪਰਿਵਾਰ, 2 ਬੇਟੀਆਂ ਨੇ, 2 ਅਸੀਂ ਹਾਂ, 4 ਨਹੀਂ, ਇੰਨੀ ਖੁਸ਼ੀ ਨਾਲ ਇਸ ਗੱਲ ਤੇ ਫੁੱਲ ਚੜਾਏ ਨੇ ਜਿਹਦਾ ਕੋਈ ਹਿਸਾਬ ਨਹੀਂ। ਔਰ ਬਾਕੀ ਹੁਣ ਵੀ ਬਾਹਰੋਂ, ਇਟਲੀ ਚੋਂ, ਜਾਪਾਨ ਚੋਂ, ਉੱਥੋਂ ਚਾਈਨਾ ਚੋਂ ਮੈਨੂੰ ਟੈਲੀਫੋਨ ਆਉਂਦੇ ਨੇ ਲੋਕਾਂ ਦੇ, ਜਿਹੜੇ ਸਾਡੇ ਵਾਕਫ ਨੇ, ਵੀ ਬਹੁਤ ਵਧੀਆ ਕੰਮ ਕੀਤਾ ਇਹ, ਬਹੁਤ ਤੂੰ ਹੀ ਕਰ ਸਕਦਾ, ਹੋਰ ਨਹੀਂ ਕੋਈ ਕਰ ਸਕਦਾ। ਇਹ ਵੀ ਕਹਿੰਦੇ ਨੇ ਕਿ ਮੈਂ ਕਿਹਾ ਨਹੀਂ, ਹੋਰਾਂ ਤੋਂ ਵੀ ਕਰਾਵਾਂਗੇ, ਚਿੰਤਾ ਨਾ ਕਰੋ। ਪਰ ਇਹ ਤੁਸੀਂ ਲੋੜ ਕਦੋਂ ਮਹਿਸੂਸ ਕਰੀ, ਜਾਂ ਤੁਸੀਂ ਇੱਕ ਸੇਧ ਦੇਣ ਵਾਸਤੇ ਇਹ ਕਦਮ ਚੱਕਿਆ? ਬੜੀ ਦੇਰ ਤੋਂ ਮੇਰੇ ਦਿਮਾਗ 'ਚ ਹੈ, ਕਿਉਂਕਿ ਇੱਥੇ ਜਦੋਂ ਆਉਂਦੇ ਸੀ ਨਾ ਲੋਕ ਵਧਾਈਆਂ ਦੇਣ, ਉਹ ਮੈਂ ਉਹਨਾਂ ਨੂੰ, ਸਾਡੇ ਔਲੇ ਅੰਬ ਲੱਗੇ ਨੇ, ਮੈਂ ਸਾਰਿਆਂ ਨੂੰ ਉਹਨਾਂ ਨੂੰ ਲਿਫਾਫਿਆਂ 'ਚ ਪਾ ਔਲੇ ਵੀ ਦਿੰਦਾ ਰਿਹਾ, ਅੰਬ ਵੀ ਦਿੰਦਾ ਰਿਹਾ, ਨਾਲ ਉਹਨਾਂ ਨੂੰ ਵੀ ਕਹਿੰਦਾ ਰਿਹਾ ਵੀ ਲੜੋ, ਲੜਾਈ ਲੜੋ, ਇਹ ਤਾਂ ਗਲਤ ਹੈ, ਤੁਸੀਂ ਸਮਾਜ ਦੇ ਹਿੱਸਾ ਬਣੋ। ਹਿੰਦੁਸਤਾਨ 'ਚ ਹੀ ਹੈ ਇਹ ਗੱਲ ਕਿ 2014 ਤੱਕ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। 2014 'ਚ ਸੁਪਰੀਮ ਕੋਰਟ ਨੇ ਦਿੱਤਾ ਇਹ ਅਧਿਕਾਰ। ਔਰ ਬਾਹਰਲੇ ਮੁਲਕਾਂ 'ਚ ਜਿਹੜਾ ਅੱਜ ਬੱਚਾ ਜੰਮਦਾ, ਉਸ ਮੁਲਕ ਦਾ ਨਾਗਰਿਕ ਬਣ ਜਾਂਦਾ ਹੈ, ਉਹਦੇ ਪੇਪਰ ਤਿਆਰ ਹੋ ਜਾਂਦੇ ਨੇ। ਲੋਕ ਬਾਹਰਲੇ ਮੁਲਕਾਂ 'ਚੋਂ, ਹਿੰਦੁਸਤਾਨ 'ਚੋਂ ਬੱਚਾ ਜੰਮਣ ਅਮਰੀਕਾ 'ਚ ਜਾਂਦੇ ਨੇ, ਉੱਥੇ ਬੱਚਾ ਜੰਮ ਕੇ ਉਹਦੇ ਕਾਗਜ਼ ਬਣਵਾ ਕੇ ਆਪਣਾ ਇੱਥੇ ਆ ਜਾਂਦੇ ਨੇ। 18 ਸਾਲ ਬਾਅਦ ਉਹਦੀ ਆਪਣੀ ਮਰਜ਼ੀ ਹੈ, ਜਿੱਥੇ ਇੱਥੇ ਰਹੇ ਚਾਹੇ ਉੱਥੇ ਰਹੇ, ਕੋਈ ਪਾਸਪੋਰਟ ਦੀ ਲੋੜ ਨਹੀਂ, ਕੋਈ ਉਹਦਾ ਪਾਸਪੋਰਟ ਵੀ ਬਣ ਕੇ ਆਉਂਦਾ, ਨਾਲ ਹੀ ਬਣਾ ਕੇ ਲਿਆਉਂਦੇ ਨੇ। ਸਾਡੇ ਆਜ਼ਾਦ ਹੋਣ ਤੋਂ ਬਾਅਦ 2014 ਤੱਕ, ਉਦੋਂ ਬਾਅਦ ਵੀ ਇਹਨੇ ਲੜਾਈ ਲੜੀ ਵੀ ਸਾਡੇ ਲਈ ਬਾਥਰੂਮ ਨਹੀਂ ਹੈ, ਸਾਨੂੰ ਪੜ੍ਹਨ ਦੇ ਅਖਤਿਆਰ ਕਾਤੇ ਨਹੀਂ ਹਨ, ਹੋਸਟਲ 'ਚ ਰਹਿਣ ਦੇ ਅਖਤਿਆਰ ਕਾਤੇ ਨਹੀਂ ਹਨ। ਇਹ ਅਸੀਂ ਹਾਲਾਂਕਿ ਇਕੱਠਿਆਂ ਨੇ ਲੜਾਈ ਨਹੀਂ ਲੜੀ, ਮੈਂ ਵੀ ਆਪਣੇ ਤੌਰ ਤੇ ਲੜਦਾ ਨਾ, ਇਹ ਆਪਣੇ ਤੌਰ ਤੇ ਲੜਦੀ ਰਹੀ, ਲਗਾਤਾਰ ਲੜਾਈ ਬੜੇ ਫਰੰਟਾਂ ਤੇ ਮੈਂ ਤਾਂ ਲੜਾਈ ਲੜ ਰਿਹਾ, ਇੱਕ ਫਰੰਟ ਨਹੀਂ ਹੈ। ਮਜ਼ਦੂਰਾਂ ਦੇ ਫਰੰਟ ਤੇ, ਖੇਤ ਮਜ਼ਦੂਰਾਂ ਦੇ ਫਰੰਟ ਤੇ, ਸਟੂਡੈਂਟਸ ਦੇ ਫਰੰਟ ਤੇ, ਔਰਤਾਂ ਦੇ ਫਰੰਟ ਤੇ ਬਹੁਤ ਲੜਾਈਆਂ ਲੜੀਆਂ ਨੇ। ਔਰ 5 ਸਾਲ ਤੋਂ ਉੱਤੇ ਜੇਲ੍ਹ ਵੀ ਰਿਹਾ ਮੇਰਾ, ਔਰ ਜਿੱਤਾਂ ਪ੍ਰਾਪਤ ਕੀਤੇ ਨੇ ਹਮੇਸ਼ਾ ਹੀ, ਜਿੱਥੇ ਵੀ ਲੜਿਆ। ਔਰ ਹੁਣ ਵੀ ਇਹ ਮਹਿਸੂਸ ਕਰਦਾ ਵੀ ਜਿੱਤ ਲੜਨ ਵਾਲੇ ਲੋਕਾਂ ਦੀ ਹੁੰਦੀ ਹੈ, ਭੀਖ ਮੰਗਣ ਵਾਲੇ ਲੋਕਾਂ ਦੀ ਜਿੱਤ ਨਹੀਂ ਹੁੰਦੀ ਕਦੇ ਵੀ। ਸ਼ਮਸ਼ੇਰ ਕੌਰ ਜੀ, ਤੁਸੀਂ ਜਦੋਂ ਦਰਬਾਰਾ ਸਿੰਘ ਜੀ ਤਾਂ ਪਹਿਲੇ ਦਿਨੋਂ ਜਨੂਨੀ ਨੇ, ਖੈਰ ਫੈਸਲੇ ਜੇ ਦੇਖਿਆ ਜਾਵੇ, ਜਿਵੇਂ ਜੇਲ੍ਹ ਵੀ ਕੱਟਿਆ ਏ, ਰਾਤਾਂ ਵੀ ਇਹਨਾਂ ਨੇ ਦੇਖ ਲਈਆਂ ਔਖੀਆਂ ਸੌਖੀਆਂ, ਦਿਨ ਵੀ ਦੇਖ ਲਏ, ਤੁਹਾਡੇ ਨਾਲ ਜਦੋਂ ਗੱਲਬਾਤ ਕਰੀ ਤੁਸੀਂ ਵੀ ਇਸ ਐਵੇਂ ਹਾਮੀ ਭਰੀ? ਹਾਲਾਂਕਿ ਵੈਸੇ ਤਾਂ ਮੈਨੂੰ ਪਤਾ ਤੁਸੀਂ ਹਾਂ ਹੀ ਕਹੋਗੇ, ਪਰ ਤੁਸੀਂ ਆਪਸੀ ਵਿਚਾਰ ਕਰਿਆ ਕੋਈ? ਇਸ ਬੇਟੇ ਮੈਂ ਇਹਨਾਂ ਨਾਲ ਸਹਿਮਤ ਸੀ, ਲੇਕਿਨ ਮੈਂ ਆਪਣਾ ਘਰ ਨੂੰ ਸੰਭਾਲਿਆ, ਮੈਂ ਆਪਣੇ ਬੱਚੇ ਸੰਭਾਲੇ ਹੈ, ਦੋਨੋਂ ਬੇਟੀਆਂ ਪਾਲੀਆਂ, ਔਰ ਚੰਗੀ ਪੜ੍ਹਾਈ ਹੋਈ ਹੈ, ਉਹਨਾਂ ਦੀ ਸੋਚ ਚੰਗੀ ਹੋਈ ਹੈ, ਤੇ ਅੱਜ ਦੇਖ ਲਓ ਦੋਨੋਂ ਡਾਕਟਰ ਹੈ, ਤੇ ਬਹੁਤ ਉਹ ਵੀ ਭਲੇ ਦੇ ਕੰਮ ਹੀ ਸੋਚਦੇ ਨੇ। ਮੈਂ ਕਦੇ ਨਾ ਨਹੀਂ ਕੀਤੀ ਇਹਨਾਂ ਨੂੰ। ਮੈਂ ਆਪਣਾ ਸਕੂਲ ਜਾਣਾ, ਆਪਣੇ ਕੰਮ ਕਰਨੇ, ਘਰ ਸੰਭਾਲਣਾ ਤੇ ਬੱਚੇ ਸੰਭਾਲਣੇ, ਬਸ ਉਹਨਾਂ ਦੀ ਪੜ੍ਹਾਈ ਦਾ ਖਿਆਲ ਰੱਖਣਾ, ਹਰ ਗੱਲ ਦਾ ਖਿਆਲ ਰੱਖਦੀ। ਔਰ ਬੱਚਿਆਂ ਦੇ ਨਾਲ ਹੀ ਮੈਂ ਤਾਂ ਬੱਚੀਆਂ ਨੂੰ, ਉਹ ਸੋਚਿਆ ਨਹੀਂ ਕਦੇ ਵੀ ਭਈ ਕੋਈ ਬੇਟਾ ਵੀ ਚਾਹੀਦਾ, ਕਦੇ ਨਹੀਂ ਸੋਚਿਆ। ਔਰ ਆਪਣੀਆਂ ਬੇਟੀਆਂ, ਸਾਡੀ ਬੇਟੀਆਂ ਨੇ ਇਹਦੇ ਨਾਲ ਸੰਪਰਕ ਵੀ ਕਰਵਾਇਆ, ਤੇ ਬੇਟੀ ਹੈ ਜਿਹੜੀ ਇੱਥੇ ਹੈ ਸਮੀਰਾ ਕੌਸਰ, ਉਹਨੇ ਸਾਨੂੰ ਦੱਸਿਆ ਮੈਨੂੰ ਵੀ ਮੰਮੀ ਇਸ ਤਰ੍ਹਾਂ ਕਰਕੇ ਸਾਨੂੰ ਦੋਨਾਂ ਨੂੰ, ਇਹਨਾਂ ਨੇ ਵੀ ਸਹਿਮਤੀ ਦਿੱਤੀ। ਅਸੀਂ ਕਿਹਾ ਵੀ ਠੀਕ ਹੈ। ਉਹਨੇ ਵੱਡੀ ਭੈਣ ਨਾਲ ਵੀ ਆਪਣੀ ਸਲਾਹ ਕੀਤੀ, ਉਹ ਕਹਿੰਦੀ ਬਹੁਤ ਵਧੀਆ ਆਈਡੀਆ, ਤੇ ਇਹਨਾਂ ਨੂੰ ਫਿਰ ਆਪਣੇ ਕੋਲ ਰੱਖੋ।
ਬਿਲਕੁਲ ਇਹ ਦਰਬਾਰ ਸਿੰਘ ਜੀ, ਨਹੀਂ ਤਾਂ ਜੇ ਦੇਖਿਆ ਜਾਵੇ ਅੱਜ ਕੱਲ ਲੋਕ ਉਰੇ ਵੀ ਦੇਖਦੇ ਆ, ਤੁਸੀਂ ਤਾਂ ਖੈਰ ਆਮ ਹੀ ਦੇਖਦੇ ਰਹਿੰਦੇ ਹੋਵੋਗੇ ਕਿਉਂਕਿ ਵੈਲਫੇਅਰ ਐਸੋਸੀਏਸ਼ਨ 'ਚ ਜਦੋਂ ਕੰਮ ਕਰਦੇ ਹੋ ਉਰੇ, ਪਰ ਲੋਕ ਅੱਜ ਕੱਲ ਪੈਸੇ ਪਿੱਛੇ ਹੀ ਲੜੀ ਜਾ ਰਹੇ ਨੇ। ਅਗਲੇ ਨੂੰ ਹੁੰਦਾ ਸਾਡੀ ਜਾਇਦਾਦ 'ਚ ਕੋਈ ਪੈਸਾ ਨਾ ਚੱਲ ਜੇ, ਧੀਆਂ ਨੇ ਪਰ ਬਰਾਬਰ ਸਹਿਯੋਗ ਦਿੱਤਾ ਵੀ ਨਹੀਂ ਤੁਸੀਂ ਕਰੋ ਐਂ। ਤੁਸੀਂ ਹੈਰਾਨ ਹੋਵੋਗੇ ਵੀ ਮੇਰੀ ਤਨਖਾਹ 18 ਰੁਪਏ ਵੀ ਮਿਲੀ ਹੈ ਮਹੀਨੇ ਦੀ, 15 ਰੁਪਏ ਵੀ ਮਿਲੇ ਕਿਉਂਕਿ ਵਿਦਆਊਟ ਪੇ ਛੁੱਟੀ ਤੇ ਹੁੰਦਾ ਸੀ। ਔਰ ਪੈਨਸ਼ਨ ਮੇਰੀ ਬਾਕੀ ਮੇਰੇ ਸਾਥੀਆਂ ਨਾਲੋਂ 5000 ਰੁਪਈਆ ਘੱਟ ਹੈ ਮਹੀਨੇ ਦੀ, ਕਿਉਂਕਿ ਮੇਰਾ ਪੀਰੀਅਡ ਕੱਟਿਆ ਗਿਆ ਸਸਪੈਂਸ਼ਨ ਦਾ, ਡਿਸਮਿਸਲ ਦਾ, ਟਰਮੀਨੇਸ਼ਨ ਦਾ। ਔਰ ਇਹਨਾਂ ਦਾ ਜਿਹੜਾ ਸਹਿਯੋਗ ਪੱਕੇ ਤੌਰ ਤੇ ਪ੍ਰਾਪਤ ਕਰਨ ਦਾ ਇੱਕ ਐਕਸ਼ਨ ਹੈ ਸਾਡਾ ਜ਼ਿੰਦਗੀ ਦਾ, ਜਿਹੜਾ ਮੈਂ ਦੱਸਾਂ ਤੁਸੀਂ ਹੈਰਾਨ ਰਹਿ ਜਾਓਗੇ। ਹੁਣ ਹੱਸ ਪਏ। ਜਿੱਦਣ ਸਾਡੀ ਸ਼ਾਦੀ ਹੋਈ, ਜਿਹੜੀ ਸੁਹਾਗ ਰਾਤ ਹੁੰਦੀ ਹੈ, ਸੁਹਾਗ ਰਾਤ ਵਾਲੇ ਰਾਤ ਮੈਂ ਦਾਰੂ ਪੀਂਦਾ ਸੀ ਪਹਿਲਾਂ, ਬਹੁਤੀ ਨਹੀਂ। ਮੈਂ ਕਿਹਾ ਮੈਡਮ ਅਸੀਂ ਬਹੁਤ ਸਿੰਪਲ ਮੈਰਿਜ ਕੀਤੀ, ਬ੍ਰੇਕਫਾਸਟ ਤੋਂ ਬਾਅਦ ਆਨੰਦਾਂ ਤੋਂ ਬਾਅਦ ਘਰ, ਲੰਚ ਘਰ ਪਿੰਡ ਆ ਕੇ ਕਰ ਕੀਤਾ। ਤੇ ਇਹਨਾਂ ਨੂੰ ਕਿਹਾ ਮੰਗ ਕੀ ਮੰਗਦੀ ਹੈ, ਆਪਾਂ ਕੁਝ ਦਿੱਤਾ ਨਹੀਂ ਤੈਨੂੰ ਕੁਝ ਵੀ। ਇਹ ਕਹਿੰਦੀ ਸਵੇਰੇ ਮੰਗੂ। ਮੈਂ ਕਿਹਾ ਸਵੇਰੇ ਤਾਂ ਵਪਾਰੀ ਚਲੇ ਜਾਣਗੇ, ਤੂੰ ਹੁਣੇ ਮੰਗ ਲੈ। ਕਹਿੰਦੀ ਨਹੀਂ, ਕਹਿੰਦੀ ਮੰਗਾ ਫਿਰ। ਮੈਂ ਕਿਹਾ ਮੰਗ। ਕਹਿੰਦੀ ਦਾਰੂ ਛੱਡ ਦੇ। ਛੱਡਤੀ, ਛੱਡਤੀ, ਮੁੜ ਕੇ ਹੱਥ ਨਹੀਂ ਲਾਇਆ। 60 ਸਾਲ ਹੋ ਗਏ। ਬਾਕੀ ਸ਼ਰਾਬੀਆਂ ਵਾਂਗੂ ਸ਼ਾਮ ਨੂੰ ਫਿਰ ਕੀੜੇ ਦੁਬਾਰੇ ਦੂਜੇ ਦਿਨ ਹੀ ਨੱਚੇ। ਬੜੇ ਹੈ ਜੀ, ਦੂਜੇ ਦਿਨ ਮਹਾ ਬਾਕੀ ਸ਼ਰਾਬੀਆਂ ਵਾਂਗੂ ਹੋਇਆ ਨਹੀਂ ਤਾਂ ਕਾਉ ਮਾਉ। ਬੜੇ ਲੋਕਾਂ ਨੇ ਮੇਰੇ ਕਹਿਣ ਤੇ ਛੱਡੀ, ਹਜ਼ਾਰਾਂ ਬੰਦਿਆਂ ਨੇ। ਤੁਸੀਂ ਕਿਸੇ ਨੂੰ ਗੁੜ ਖਾਣਾ ਛੱਡਣ ਲਈ ਤਾਂ ਕਹਿ ਸਕਦੇ ਹੋ ਜੇ ਆਪ ਗੁੜ ਨਾ ਖਾਂਦੇ ਹੋ ਜਾਂ ਗੁੜ ਖਾਣਾ ਛੱਡਿਆ ਹੋਵੇ। ਇਸ ਕਰਕੇ ਮੇਰੇ ਕਹਿਣ ਤੇ ਬਹੁਤ ਬੰਦਿਆਂ ਨੇ ਛੱਡੀ ਹੈ। ਇੱਕ ਬੜੀ ਇੰਟਰਸਟਿੰਗ ਕਹਾਣੀ ਹੈ। ਇੱਕ ਬੰਦਾ ਇੱਥੇ ਡਾਇਰੈਕਟਰ ਹੈਲਥ ਸਰਵਿਸਿਜ਼ ਸੀ, ਉਹਨੇ ਛਾਪਾ ਮਾਰਿਆ ਡੇਰਾ ਬਸੀ। ਉੱਥੇ ਡਾਕਟਰ ਸੀ ਜਿਹੜਾ, ਉਹਨੂੰ ਸਸਪੈਂਡ ਕਰਤਾ ਦਾਰੂ ਪੀ। ਉਹਦੇ ਦਫ਼ਤਰ 'ਚ ਬੋਤਲ ਪਈ ਸੀ ਸ਼ਰਾਬ ਦੀ ਖਾਲੀ, ਇਹਨੇ 'ਚ ਕਰਤਾ। ਕਰਨ ਤੋਂ ਬਾਅਦ ਵੈਸੇ ਉਹ ਪੀਂਦਾ ਸੀ। ਉਹ ਸ਼ਾਮ ਨੂੰ ਮੇਰੇ ਕੋਲ ਪਹੁੰਚ ਗਿਆ ਕਿਉਂਕਿ ਮੈਂ ਤਾਂ ਡਿਸਟ੍ਰਿਕਟ ਪਟਿਆਲੇ 'ਚ ਔਰ ਸਰਕਾਰ ਲਈ ਮੈਂ ਹੋਊਗਾ ਸੀ। ਜਦੋਂ ਮੈਂ ਸੈਕਟਰੀਏਟ 'ਚ ਥੱਲੇ ਪਹਿਲੀ ਪੌੜੀ ਤੇ ਚੜ੍ਹਦਾ ਸੀ ਨਾ, ਉੱਥੋਂ ਤੱਕ ਪਤਾ ਲੱਗਦਾ ਵੀ ਚਾਲ ਆ ਗਿਆ। ਫਿਰ ਐਂ ਬਹਿ ਜਾਂਦੇ ਸੀ ਸਾਰੇ। ਤੇ ਮੈਨੂੰ ਉਹ ਕਹਿੰਦੇ ਜੀ ਸਾਨੂੰ ਸਸਪੈਂਡ ਕਰਿਆ। ਮੈਂ ਚਿੰਤਾ ਨਾ ਕਰੋ। ਉਹ ਡਾਕਟਰ ਕੁਦਰਤੀ ਜਾਂਦਾ ਹੋਇਆ ਜਿਹੜਾ ਡਾਇਰੈਕਟਰ ਸੀ ਪਟਿਆਲੇ ਦਾ ਸੀ, ਮੇਰੇ ਕੋਲ ਆ ਗਿਆ। ਮੈਂ ਕਿਹਾ ਡਾਕਟਰ ਸਾਹਿਬ ਚੱਕ ਤੇ ਪੱਟੇ, ਫਿਰ ਸਸਪੈਂਡ ਕਰਤਾ। ਕਹਿੰਦਾ ਤੁਹਾਡੇ ਕੋਲ ਪਹੁੰਚ ਗਈ ਖਬਰ। ਮੈਂ ਕਿਹਾ ਹੋਰ ਕਿਤੇ ਜਾਊ। ਕਹਿੰਦਾ ਮੈਨੂੰ ਵੀ ਸੋਚਿਆ ਵੀ ਖਬਰ ਆਊਗੀ। ਮੈਂ ਕਿਹਾ ਤੁਸੀਂ ਐਂ ਕਰੋ, ਉਹਨੂੰ ਐਂ ਨਾ ਕਰੋ, ਚਲੋ ਕਿਤੇ ਪੀਂਦਾ ਹੋਊਗਾ ਛੱਡ ਦੂਗਾ, ਫਿਕਰ ਨਾ ਕਰੋ। ਕਹਿੰਦੇ ਫਿਰ ਉਹਨੂੰ ਕਹੋ ਰਿਲੀਵ ਨਾ ਹੋਵੇ ਤੇ ਮੈਂ ਉਹਨੂੰ ਬਹਾਲ ਕਰ ਦਿਆਂਗੇ। ਜੋ ਹੋ ਗਿਆ। ਉਹ ਦੂਜੇ ਦਿਨ ਆਇਆ, ਤੀਜੇ ਦਿਨ ਆਇਆ, ਬੈਠੇ ਮੇਜ਼ ਕੋਲੇ ਬਹਿ ਜਾ ਕਰੇ, ਝੋਲੇ 'ਚ ਹੱਥ ਪਾ ਲਏ, ਕਦੇ ਕੱਢ ਲਏ, ਕਦੇ ਪਾ ਲਏ, ਕਦੇ ਕੱਢ ਲਏ। ਮੈਂ ਕਿਹਾ ਕੀ ਹੈ? ਉਹਨੇ ਬਿਸਕੀ ਦੀ ਬੋਤਲ ਕੱਢ ਲਈ ਵਿੱਚ, ਕੱਢ ਕੇ ਕਹਿੰਦਾ ਜੀ ਮੈਨੂੰ ਡਰ ਲੱਗਦਾ ਆ ਤੁਹਾਡੇ ਮੇਜ਼ ਤੇ। ਉਦੋਂ ਬਿਸਕੀ ਦੀਆਂ ਬੋਤਲਾਂ ਬੜੀਆਂ ਖੂਬਸੂਰਤ ਹੁੰਦੀਆਂ ਸੀ, ਫਰਿੱਜ 'ਚ ਰੱਖਦੇ ਹੁੰਦੇ ਸੀ ਪਾਣੀ ਉਹਨਾਂ 'ਚ। ਕਹਿੰਦਾ 4 ਪਈਆਂ ਸੀ, ਅੱਜ ਵੀ 4 ਹੀ ਪਈਆਂ ਨੇ, ਉਦੋਂ ਵੀ 4 ਹੀ ਸੀ। ਮੈਨੂੰ ਤਾਂ ਡਰ ਲੱਗਦਾ ਸੀ। ਮੈਂ ਕਿਹਾ ਤੈਨੂੰ ਕਿਹਨੇ ਕਿਹਾ ਵੀ ਮੈਂ ਦਾਰੂ ਪੀਣਾ? ਕਹਿੰਦਾ ਕਿਹਾ ਕਿਸੇ ਨੇ ਜੀ, ਇੱਥੋਂ ਅੰਦਾਜ਼ਾ ਲਾਇਆ ਸੀ। ਮੈਂ ਕਿਹਾ ਜੇ ਤੂੰ ਵਾਕਈ ਮੈਨੂੰ ਇਹ ਦਾਰੂ ਪਿਲਾਉਣੀ ਚਾਹੁੰਦਾ ਤਾਂ ਤੂੰ ਦਾਰੂ ਛੱਡ ਦੇ। ਕਹਿੰਦਾ ਜੀ ਮੈਂ ਰਾਧਾ ਸੁਆਮੀ ਆ ਔਰ ਮੈਂ ਕਈ ਦਫਾ ਛੱਡੀ ਹੈ, ਕਈ ਦਫਾ ਫਿਰ ਸ਼ੁਰੂ ਕਰ ਲਈ ਹੈ, ਤੇ ਅੱਜ ਮੈਂ ਦੇਖਦਾ। ਮੈਂ ਕਿਹਾ ਤੂੰ ਐਂ ਕਰੇ ਬੋਤਲ ਲੈ ਜਾ ਤੇ ਬੱਚਿਆਂ ਨੂੰ ਕੋਈ ਚੀਜ਼ ਖਾਣ ਪੀਣ ਵਾਲੀ ਲੈ ਕੇ ਜਾ, ਤੇਰੀ ਖੁਸ਼ੀ ਦੀ ਗੱਲ ਹੈ, ਤੂੰ ਬਹਾਲ ਹੋ ਜਾ। ਉਹ ਕਹਿੰਦਾ ਜੀ ਅੱਜ ਮੈਂ ਦਾਰੂ ਛੱਡੀ ਆ, ਸੜਕ ਤੇ ਮਾਰੀ ਬੋਤਲ ਬਾਹਰ ਨਿਕਲ ਕੇ ਔਰ ਛੱਡ ਗਿਆ। ਇਹੋ ਜਿਹੇ ਬੰਦੇ ਵੀ ਨਹੀਂ ਮਤਲਬ। ਇਹ ਤਾਂ ਉੱਤੇ ਬੜੀਆਂ ਚੀਜ਼ਾਂ ਮਾਇਨੇ ਰੱਖਦੀਆਂ ਨੇ। ਖੈਰ ਇਹੀ ਚੀਜ਼ਾਂ ਜੇ ਕਿਹਾ ਜਾਵੇ ਜਦੋਂ ਸੋਚ ਆਉਂਦੀ ਹੈ ਤਾਂ ਜੇ ਤੁਹਾਡੇ ਨਾਲ ਤਾਂ ਖੈਰ ਪਹਿਲਾਂ ਵੀ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇਗੀਆਂ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਆਪਦੀ ਲੜਾਈ ਲੜੀ ਹੈ ਇੱਕ ਪੂਰੀ, ਤੇ ਫੈਮਿਲੀ ਦੇ ਡਿਸੀਜਨ ਨੂੰ ਕਿਵੇਂ ਤੁਹਾਡੇ ਨਾਲ ਗੱਲਬਾਤ ਹੋਈ ਉਹ ਦੱਸੋਗੇ? ਤੇ ਸ਼ੁਰੂਆਤ ਕਿਵੇਂ ਹੋਈ ਤੇ ਤੁਸੀਂ ਕਿਵੇਂ ਅੱਗੇ ਕਿਹਾ ਕਿ ਹਾਂ ਠੀਕ ਹੈ ਮੈਂ ਫੈਮਿਲੀ ਦੇ ਨਾਲ ਰਹਿ ਸਕਦੀ ਹਾਂ? ਮੇਰੀ ਜਿਹੜੀ ਮੁਲਾਕਾਤ ਡਾਕਟਰ ਸਮੀਰਾ ਕੋਸਰ ਨਾਲ ਹੋਈ, ਜਿਹੜੀ ਮੇਰੀ ਵੱਡੀ ਦੀਦੀ ਹੈ। ਤੇ ਹਾਂ ਨਾ ਤੇ ਅਸੀਂ ਬਚਪਨ 'ਚ ਪਹਿਲੇ ਡਾਂਸ ਸਿੱਖਦੇ ਹੁੰਦੇ ਸੀਗੇ, 16-17 ਸਾਲ ਦੀ ਏਜ 'ਚ।
ਹਾਂ ਪ੍ਰਾਚੀਨ ਕਲਾ ਕੇਂਦਰ 'ਚ। ਤੇ ਜਦੋਂ ਡਾਂਸ ਸਿੱਖਦੇ ਹੁੰਦੇ ਸੀ ਉਹ ਤਾਂ ਅੱਗੇ ਵੱਧ ਗਏ। ਮੈਂ ਫਿਰ ਮੈਨੂੰ ਪ੍ਰੋਬਲਮ ਸ਼ੁਰੂ ਹੋ ਗਈਆਂ, ਜੈਂਡਰ ਤੇ ਡਿਸਫੋਰੀਆ ਵਗੈਰਾ ਸਾਰੀ ਪ੍ਰੋਬਲਮ ਸ਼ੁਰੂ ਹੋ ਗਈਆਂ, ਫਿਰ ਮੈਂ ਛੱਡ ਦਿੱਤੀਆਂ। ਤੇ ਉਸ ਤੋਂ ਬਾਅਦ ਮੈਂ ਭਟਕਦੀ ਰਹੀ ਜ਼ਿੰਦਗੀ 'ਚ ਆਪਣੇ। ਲੇਕਿਨ ਜਦੋਂ ਪਿਛਲੇ ਸਾਲ ਦੀ ਗੱਲ ਹੈ ਕਿ ਸਾਨੂੰ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਨੇ ਸਦੱਸਿਆ ਬਣਾਇਆ, ਮੈਂਬਰ ਬਣਾਇਆ। ਸਾਡੀ ਮੀਟਿੰਗ ਚੱਲ ਰਹੀ ਸੀ। ਮੀਟਿੰਗ ਵਿੱਚ ਡਿਸਕਸ਼ਨ ਚੱਲ ਰਹੀ ਸੀ ਹੋਰ ਪ੍ਰੋਗਰਾਮਸ ਵਗੈਰਾ ਦੀ, ਕਿਵੇਂ ਕਰਨਾ, ਕਿਆ ਰਿਕਮੈਂਡੇਸ਼ਨ ਦੇਣੀਆਂ ਸੀਗੀਆਂ। ਮੈਂ ਸਾਰੀ ਮੀਟਿੰਗ 'ਚ ਇਹੀ ਸੋਚਦੀ ਰਹੀ, ਆਪਣੇ ਪੁਰਾਣੇ ਫਲੈਸ਼ਬੈਕ 'ਚ ਚਲੇ ਗਈ। ਮੈਂ ਸਮੀਰਾ ਦੀਦੀ ਨੂੰ ਦੇਖਿਆ ਅਤੇ ਮੈਨੂੰ ਇੱਕਦਮ ਯਾਦ ਆਇਆ ਕਿ ਅਸੀਂ ਇਕੱਠੇ ਡਾਂਸ ਸਿੱਖਦੇ ਹੁੰਦੇ ਸੀਗੇ। ਪੁਰਾਣੀ ਯਾਦਾਂ। ਜਦੋਂ ਮੀਟਿੰਗ ਖ਼ਤਮ ਹੋ ਗਈ, ਚਾਹ ਵੀ ਠੰਡੀ ਹੋ ਗਈ, ਸਭ ਕੁਛ, ਅਤੇ ਸਾਰੀ ਯਾਦਾਂ ਦੁਬਾਰਾ। ਅਤੇ ਮੇਰੇ ਨਾਲ ਦੇ ਕਹਿੰਦੇ ਚਾਹ ਠੰਡੀ ਹੋ ਗਈ ਤੁਹਾਡੀ। ਮੈਂ ਕਿਹਾ ਚਾਹ ਕੋਈ ਗੱਲ ਨਹੀਂ, ਮਤਲਬ ਸਾਡੇ ਰਿਸ਼ਤੇ ਗਰਮ ਹੋ ਗਏ, ਮੇਰੀ ਯਾਦਾਂ ਤਾਜ਼ੀਆਂ ਹੋ ਗਈਆਂ। ਅਤੇ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੈਂ ਦੀਦੀ ਨੂੰ ਮਿਲੀ। ਮੈਂ ਕਿਹਾ ਦੀਦੀ ਤੁਹਾਨੂੰ ਯਾਦ ਹੈ ਅਸੀਂ ਡਾਂਸ ਸਿੱਖਦੇ ਹੁੰਦੇ ਸੀ ਇਕੱਠੇ? ਕਹਿੰਦੇ ਉਹ ਯਾਦ ਕਰਨ ਲੱਗੇ। ਮੈਂ ਕਿਹਾ ਫਲਾਣੇ ਮਤਲਬ ਇਸ ਤਰ੍ਹਾਂ ਸੀਗਾ, ਗੁਰੂ ਜੀ ਦਾ ਨਾਮ ਦੱਸਿਆ ਉਹਨਾਂ ਨੂੰ, ਸਭ ਕੁਛ ਘਰ ਦਾ 15 ਸੈਕਟਰ ਸੇ ਡਾਂਸ ਸਿੱਖਦੇ ਹੁੰਦੇ ਸੀ। ਅਤੇ ਉਹ ਸਾਰੀ ਯਾਦਾਂ ਦੁਬਾਰਾ ਯਾਦ ਕਰਵਾਈਆਂ। ਅਤੇ ਕਹਿੰਦੇ ਹਾਂ ਮੈਨੂੰ ਯਾਦ ਆ ਗਿਆ ਸਾਰਾ। ਅਤੇ ਉਹਨਾਂ ਨੇ ਨੰਬਰ ਲਿੱਤਾ ਅਤੇ ਫਿਰ ਆਪਾਂ ਡੇਲੀ ਗੱਲ ਕਰਨ ਲੱਗੇ, ਮੈਸੇਜ ਵਗੈਰਾ ਸਾਰਾ। ਕਹਿੰਦੀ ਤੂੰ ਉਹ ਮੈਨੂੰ ਮਤਲਬ ਸਾਰੇ ਲੋਕ ਮੈਨੂੰ ਰੇਖਾ ਵੀ ਕਹਿੰਦੇ, ਤਾਂ ਰੇਖਾ ਕਹਿੰਦੀ ਤੂੰ ਘਰ ਆ ਕੇ ਮੈਨੂੰ ਡਾਂਸ ਸਿੱਖ ਲੈ ਮੇਰੇ ਤੋਂ, ਦੁਬਾਰਾ ਕੰਟੀਨਿਊ ਕਰ ਲੈ। ਮੈਂ ਦੁਬਾਰਾ ਸ਼ੁਰੂ ਕੀਤਾ। ਮੈਂ ਆਪਣੇ ਨਾਲ 2 ਹੋਰ ਟਰਾਂਸ ਵੂਮਨ ਨੂੰ ਲੈ ਕੇ ਗਈ। ਇਸ 2-3 ਲੋਕ ਡਾਂਸ ਸਿੱਖਣਾ ਸ਼ੁਰੂ ਕੀਤਾ। ਅਤੇ ਹੌਲੀ ਹੌਲੀ ਮਤਲਬ ਕਾਫੀ ਸਾਡਾ ਇੰਟਰੈਕਸ਼ਨ ਵਧਿਆ ਆਇਆ। ਅਤੇ ਉਹ ਕਹਿੰਦੀ ਕਿ ਰੇਖਾ ਮੈਨੂੰ ਤੇਰੇ ਨਾਲ ਇਸ਼ਕ ਹੋ ਗਿਆ, ਬਹੁਤ ਪ੍ਰੇਮ ਹੋ ਗਿਆ, ਛੋਟੀ ਭੈਣ ਹੈ ਤੂੰ ਮੇਰੀ, ਅਤੇ ਬਹੁਤ ਅੱਛਾ ਕੰਮ ਕਰ ਰਹੀ ਤੂੰ। ਅਤੇ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਕਿ ਮੈਂ ਸਲਮ ਏਰੀਆ 'ਚ ਰਹਿ ਰਹੀ, ਤਾਂ ਉਹ ਕਾਫੀ ਦੁਖੀ ਵੀ ਹੋਈ। ਕਹਿੰਦੇ ਚਲੋ ਮੈਂ ਦੇਖਦੀ ਹਾਂ, ਕੁਛ ਕਰਾਂਗੀ ਜ਼ਰੂਰ ਤੇਰੇ ਵਾਸਤੇ ਮੈਂ। ਫਿਰ ਉਹਨਾਂ ਨੂੰ ਇੱਕ ਦਿਨ ਪਤਾ ਫੋਨ ਆਇਆ ਮੈਨੂੰ, ਕਹਿੰਦੀ ਕਿੱਥੇ ਆ? ਮੈਂ ਕਿਹਾ ਮੈਂ ਵਧਾਈ 'ਤੇ ਹਾਂ। ਅਤੇ ਕਿਸੇ ਦੇ ਘਰ ਦੇ ਅੱਗੇ ਅਸੀਂ ਨੱਚ ਰਹੇ ਸੀਗੇ ਤਾਂ ਵੀ। ਕਹਿੰਦੀ ਹੈ ਉਹ ਤਾਂ 2 ਸੈਕਿੰਡ ਵਾਸਤੇ ਚੁੱਪ ਹੋ ਗਈ। ਕਹਿੰਦੀ ਤੂੰ ਇੱਦਾਂ ਕਰ, ਬੰਦ ਕਰ ਇਸ ਕੰਮ ਨੂੰ ਅਤੇ ਫਟਾਫਟ ਵਾਪਸ ਆ, ਮੈਨੂੰ ਕੱਲ੍ਹ ਮਿਲ ਸਵੇਰੇ। ਉਹਨਾਂ ਨੇ ਫਿਰ ਡੈਡੀ ਨਾਲ ਗੱਲ ਕੀਤੀ, ਡੈਡੀ ਮੰਮੀ ਨਾਲ ਗੱਲ ਕੀਤੀ, ਦੀਦੀ ਨਾਲ ਵੀ, ਵੱਡੀ ਦੀਦੀ ਡਾਕਟਰ ਮਮਤਾ ਚਾਹਲ ਅਮਰੀਕਾ 'ਚ ਰਹਿ ਰਹੇ ਹਾਂ, ਉਹਨਾਂ ਨਾਲ ਵੀ ਗੱਲ ਕੀਤੀ। ਅਤੇ ਦੂਸਰੇ ਦਿਨ ਅਸੀਂ ਮੈਂ ਅਤੇ ਦੀਦੀ ਮਿਲਣ ਆਏ ਡੈਡੀ ਮੰਮੀ ਨੂੰ। ਅਤੇ ਉਹਨਾਂ ਨੇ ਫਿਰ ਡਿਸਕਸ ਕੀਤਾ ਉਹਨਾਂ ਕਿ ਸਾਡੇ ਰਹਿਣ ਦਾ ਇੱਥਾ ਪ੍ਰਬੰਧ ਕਰਨ ਵਾਸਤੇ, ਫਿਰ ਅਡੋਪਸ਼ਨ ਦਾ ਸਾਰਾ ਕੁਛ ਹੋਇਆ। ਅਤੇ ਮੈਂ ਬਹੁਤ ਖੁਸ਼ ਹੋਈ। ਉਸ ਤੋਂ ਬਾਅਦ ਫਿਰ ਮੈਂ ਕਿਹਾ ਮੇਰੇ ਨਾਲ ਮੇਰੇ ਇੱਕ ਟਰਾਂਸਮੈਨ ਹੈ, ਉਹ ਮੇਰੇ ਨਾਲ ਰਹਿੰਦਾ, ਰੁਦਰ ਪ੍ਰਤਾਪ ਸਿੰਘ, ਉਹ ਵੀ ਮੇਰੇ ਨਾਲ ਰਹਿਣ, ਕਿਉਂਕਿ ਉਹ ਕਾਫੀ ਅਸੀਂ ਮਤਲਬ ਇੱਕ ਦੂਸਰੇ ਨੂੰ ਸਪੋਰਟ ਕਰਦੇ, ਇੱਕ ਦੂਸਰੇ ਨੂੰ ਸਮਝਦੇ ਵੀ ਹਾਂ। ਉਹ ਵੀ ਟਰਾਂਸਜੈਂਡਰ, ਮੈਂ ਵੀ ਟਰਾਂਸਜੈਂਡਰ। ਅਤੇ ਫਿਰ ਕਹਿੰਦੇ ਠੀਕ ਹੈ। ਫਿਰ ਆਪਾਂ ਰੁਦਰ ਪ੍ਰਤਾਪ ਸਿੰਘ ਅਤੇ ਮੈਂ ਦੋਨੋਂ ਸੰਡੇ ਨੂੰ ਛੁੱਟੀ ਹੁੰਦੀ ਇਹਨਾਂ ਦੀ, ਅਤੇ ਦੋਨੋਂ ਮਿਲਣ ਆਏ। ਫਿਰ ਅਸੀਂ ਡਿਸਾਈਡ ਕੀਤਾ ਕਿ ਅਸੀਂ ਇਕੱਠੇ ਰਹਾਂਗੇ ਇੱਥੇ ਚਾਰੋਂ ਜਣੇ। ਬਟ ਇਹਨਾਂ ਦਾ ਪਾਸਪੋਰਟ ਵੀ ਬਣਨ ਨੂੰ ਤਿਆਰ ਗਿਆ ਸੀਗਾ, ਅਤੇ ਅਸੀਂ ਕਿਹਾ ਥੋੜ੍ਹੇ ਦਿਨ ਅਸੀਂ 15-20 ਦਿਨ ਨਹੀਂ ਆ ਸਕਦੇ, ਉੱਥੇ ਹੀ ਰਹਾਂਗੇ, ਇੱਕਦਮ ਸ਼ਿਫਟ ਨਹੀਂ ਕਰ ਸਕਦੇ। ਅਤੇ ਇਨ ਬਿਟਵੀਨ ਕਾਫੀ ਸਾਰੀ ਡੇਲੀ ਮੈਨੂੰ ਪੁੱਛਦੇ ਸੀ ਦੀਦੀ ਹੋਰੀ ਸਭ ਲੋਕ ਕਿ ਕਦੋਂ ਸ਼ਿਫਟ ਹੋ ਰਹੇ, ਕਦੋਂ ਸ਼ਿਫਟ ਹੋ ਰਹੇ। ਅਤੇ ਫਿਰ ਫਾਈਨਲੀ ਅਸੀਂ ਸ਼ਿਫਟ ਹੋ ਗਏ ਪਿਛਲੇ ਮਹੀਨੇ। ਅਤੇ ਉਸ ਤੋਂ ਬਾਅਦ ਕਾਫੀ ਸਾਰੀ ਚੀਜ਼ਾਂ ਅਸੀਂ ਅੰਡਰਸਟੈਂਡਿੰਗ ਵੀ ਹੁੰਦੀ ਇੱਕ ਅਚਾਨਕ ਤਾਂ ਇੱਕਦਮ, ਅਤੇ ਇੱਕ ਦੂਸਰੇ ਨੂੰ ਸਮਝਣਾ। ਪਰ ਸਾਡੀ ਸਭ ਲੋਕ ਅਸੀਂ ਇੱਕ ਦੂਸਰੇ ਨੂੰ ਸਮਝਦੇ ਹਾਂ ਐਂਡ ਸਪੋਰਟ ਵੀ ਕਰਦੇ ਹਾਂ। ਤੁਹਾਡੀ ਲਾਈਫ ਦੇ ਵਿੱਚ ਤਾਂ ਜਿਵੇਂ ਪੂਰਾ ਸਵੇਰਾ ਹੋਇਆ, ਅਤੇ ਦੇਖਿਆ ਜਾਵੇ ਕਿ ਇੱਕ ਬਿਲਕੁਲ ਹਟ ਕੇ ਸਮਾਜ ਤੋਂ ਇੱਕ ਡਿਸੀਜਨ ਹੋਣਾ, ਅਤੇ ਉਹਦੇ ਵਿੱਚ ਜਿਵੇਂ ਜੇ ਕਹੀਏ ਕਿ ਦਲਬਾਰਾ ਸਿੰਘ ਹੋਰਾਂ ਦੀ ਤਾਂ ਸੋਚ ਜਿਵੇਂ ਆਪਣੇ ਆਪ ਦੇ ਵਿੱਚ ਵੱਡੀ ਹੈਗੀ। ਇਹਨਾਂ ਨੇ ਤਾਂ ਪਹਿਲੇ ਦਿਨੋਂ ਹੀ ਜੇ ਦੇਖਿਆ ਜਾਵੇ ਕਹਿੰਦੇ ਵੀ ਜਿਵੇਂ ਸਿਸਟਮ ਦੇ ਉਲਟ ਚੱਲਣਾ, ਸਿਸਟਮ ਜੇ ਚੰਗਾ ਹੋਵੇ ਤਾਂ ਫਿਰ ਉਹਦੇ ਨਾਲ ਚੱਲਦੇ ਨੇ ਲੋਕ, ਨਹੀਂ ਉਲਟ ਚੱਲਦੇ ਨੇਗੇ। ਅਤੇ ਇਹਨਾਂ ਨੇ ਤਾਂ ਜਿਵੇਂ ਡਿਸੀਜਨ ਲਿਆ, ਤੁਹਾਨੂੰ ਕੁਛ ਲੱਗਿਆ ਫਰਕ, ਜਾਂ ਤੁਹਾਨੂੰ ਲੱਗੀ ਇਹ ਚੀਜ਼ ਕਿ ਆਖਰ ਵੀ ਦੂਜੇ ਬਾਰੇ ਜਦ ਆਪਾਂ ਸੋਚਦੇ ਹਾਂ, ਕਿਉਂਕਿ ਜਿਵੇਂ ਹੁਣ ਤੁਹਾਡੀ ਸਿਸਟਰ ਦੇ ਨਾਲ ਤੁਹਾਡੀ ਬਹੁਤ ਜ਼ਿਆਦਾ ਲਗਾਵ ਹੈਗਾ, ਕਿ ਕੱਲ੍ਹ ਨੂੰ ਤੁਸੀਂ ਕਿਹਾ ਵੀ ਤੁਹਾਡੇ 'ਤੇ ਨਾ ਕੋਈ ਆਂਚ ਆਵੇ, ਤੁਹਾਡੇ 'ਤੇ ਨਾ ਕੋਈ ਗੱਲ ਆਵੇ ਵੀ ਮੈਂ ਇਸ ਤਰ੍ਹਾਂ ਦਾ ਡਿਸੀਜਨ, ਕਈ ਤਰ੍ਹਾਂ ਦੇ ਸਵਾਲ ਉਸ ਸਮੇਂ ਮਨ 'ਚ ਹੁੰਦੇ ਨੇ ਜਦੋਂ ਤੁਸੀਂ ਇਹ ਡਿਸੀਜਨ ਛੋਟਾ ਨਹੀਂ ਕਿ ਤੁਸੀਂ ਇਕੱਠੇ ਰਹਿਣਾ ਅਤੇ ਤੁਹਾਨੂੰ ਪੱਕੇ ਤੌਰ 'ਤੇ ਅਡੋਪਟ ਕਰਨਾ ਕਿਸੇ ਨੇ, ਕਿਉਂਕਿ ਆਪਾਂ ਕਿਸੇ ਦੇ ਵੈਸੇ ਘਰ ਚਲੇ ਜਾਈਏ ਉਦੋਂ ਹੀ ਆਪਾਂ ਨੂੰ ਐਂ ਹੁੰਦਾ ਵੀ ਅਗਲੇ ਦਾ ਰਹਿਣ ਸਹਿਣ ਕਿਵੇਂ ਹੈ, ਕਿਵੇਂ ਮੈਂ ਵਿੱਚ ਐਡਜਸਟ ਹੋਣਾ। ਹਾਂ ਥੋੜ੍ਹਾ ਇਹ ਤਾਂ ਸੀਗਾ ਕਿ ਅਸੀਂ ਮਤਲਬ ਕਿਉਂਕਿ ਟਰਾਂਸਜੈਂਡਰ ਕਮਿਊਨਿਟੀ ਜਿਹੜਾ ਹੈ ਨਾ, ਉਹ ਹਮੇਸ਼ਾ ਦੇ ਫਰੀਡਮ ਦੇ ਫੇਵਰ 'ਚ ਰਹੇ ਹਾਂ।
ਤੇ ਮਤਲਬ ਫਰੀडम ਆਫ ਐਕਸਪ੍ਰੈਸ਼ਨ ਜਿੰਨੇ ਵੀ ਸਾਡੇ ਪੂਰੀ ਦੁਨੀਆ 'ਚ ਅਮਰੀਕਾ ਜਿਹੜਾ ਫਰੀडम ਦਾ ਇੱਕ ਕਨਸੈਪਟ ਲੈ ਕੇ ਚੱਲਿਆ ਸੀਗਾ, ਫਰਾਂਸ ਦੀ ਕ੍ਰਾਂਤੀ ਵੀ ਉਹੀ। ਸੋ ਉਸ ਕ੍ਰਾਂਤੀ ਦੇ ਪਿੱਛੇ ਵੀ ਟਰਾਂਸ ਲੋਕਾਂ ਦਾ ਬੜਾ ਹੱਥ ਸੀਗਾ। ਜਦੋਂ ਰੈਵੋਲੂਸ਼ਨ ਹੋਈਆਂ, ਰਿਨੇਸਾਂਸ ਹੋਇਆ, ਪੁਨਰ ਜਾਗਰਣ ਕਾਲ, ਉਹਦੇ ਵਿੱਚ ਵੀ ਕੁਅਰ ਕਮਿਊਨਿਟੀ ਨੇ ਬਹੁਤ ਸਾਥ ਦਿੱਤਾ ਬਿਕੋਜ਼ ਉਹ ਫਰੀडम ਪਸੰਦ ਸੀਗੇ, ਆਜ਼ਾਦੀ। ਬਟ ਇੱਥੇ ਤਾਂ ਸਾਰੀ ਆਜ਼ਾਦੀ ਸਾਨੂੰ ਹੈ ਹੀ ਹੈ, ਸਾਨੂੰ ਇੱਦਾਂ ਕੋਈ ਰੋਕ ਟੋਕ ਨਹੀਂ ਹੈ। ਅਸੀਂ ਬਸ ਇੱਕ ਹੁੰਦਾ ਕਿ ਦੱਸਣਾ ਜ਼ਰੂਰੀ ਹੈ ਕਿਉਂਕਿ ਕੱਲ੍ਹ ਨੂੰ ਫੈਮਿਲੀ ਦੇ ਆਪਣੇ ਇੱਕ ਰੂਲ ਰੈਗੂਲੇਸ਼ਨ ਹੈ ਕੋਈ, ਉਹ ਤਾਂ ਜੇ ਕਿਹਾ ਜਾਵੇ ਉਹ ਹਰ ਇੱਕ ਫੈਮਿਲੀ ਦੇ ਵਿੱਚ ਹੀ ਹੈਗਾ, ਆਪਣਾ ਸਿਸਟਮ ਹੁੰਦਾ ਹੈਗਾ। ਤੁਸੀਂ ਕਿਤੇ ਜਾਣਾ ਆਉਣਾ ਹੈ, ਜਿਵੇਂ ਹੁਣ ਪੇਰੈਂਟਸ ਤਾਂ ਪੁੱਛਦੇ ਨੇ ਵੀ ਤੁਸੀਂ ਜਾਣਾ ਆਉਣਾ, ਫਿਕਰ ਵੀ ਕਰਦੇ ਨੇ ਤੁਸੀਂ ਲੇਟ ਹੋ ਜਾਓ, ਤੁਸੀਂ ਦੇਰੀ ਨਾਲ। ਅੱਛੀ ਗੱਲ ਵੀ ਹੈ ਕਿਉਂਕਿ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਸੀਗਾ, ਕੋਈ ਯਾਦ ਕਰਨ ਵਾਲਾ ਨਹੀਂ, ਕੋਈ ਸਾਡੇ ਇੰਤਜ਼ਾਰ ਕਰਨ ਵਾਲਾ ਨਹੀਂ ਸੀਗਾ। ਤੇ ਉਹ ਤਾਂ ਬਹੁਤ ਵੱਡੀ ਸਾਨੂੰ ਇੱਕ ਉਪਲਬਧੀ ਸਮਝ ਲਓ ਕਿ ਸਾਡੇ ਜ਼ਿੰਦਗੀ 'ਚ ਆਈ ਹੈ ਕਿ ਹਾਂ। ਸੋ ਪੀਪਲ ਸੇ ਯੂ ਆਰ ਡਿਸਆਰਡਰ, ਅਸੀਂ ਮੈਂ ਸਾਰਿਆਂ ਵਾਸਤੇ ਕਹਿੰਦੀ, ਡੈਡੀ ਵਾਸਤੇ, ਮੰਮੀ, ਲੋਕ ਕਹਿੰਦੇ ਯੂ ਆਰ ਡਿਸਆਰਡਰ, ਅਸੀਂ ਕਹਿੰਦੇ ਯੈਸ ਵੀ ਆਰ ਡਿਸਆਰਡਰ ਬਿਕੋਜ਼ ਵੀ ਨੈਵਰ ਫੋਲੋ ਆਰਡਰ, ਹੈ ਨਾ। ਦੁਨੀਆ ਦੇ ਜਿਹੜੇ ਭੇੜ ਚਾਲ ਅਸੀਂ ਕਿਉਂ ਚੱਲੇ, ਅਸੀਂ ਆਪਣਾ ਰਸਤਾ ਖੁਦ ਬਣਾਈਏ ਤੇ ਉਹ ਰਸਤਾ ਬਹੁਤ ਸਾਫ਼ ਸੁਥਰਾ ਤੇ ਮਾਨਵਤਾ ਭਰਿਆ ਹੈ ਤੇ ਸਾਨੂੰ ਕੋਈ ਫਰਕ ਨਹੀਂ ਪਿਆ, ਮਤਲਬ ਅਸੀਂ ਐਡਜਸਟ ਕਰ ਲਿਆ ਤੇ ਇੱਦਾਂ ਕੋਈ ਗੱਲ ਨਹੀਂ। ਰਾਤ ਨੂੰ ਵੀ ਅਸੀਂ ਕੱਲ੍ਹ ਵੀ ਮੈਂ ਗਈ ਸੀ, ਰਾਤ ਮੈਂ 8-9 ਵਜੇ ਕਰੀਬ, ਮੈਨੂੰ ਕੰਮ ਸੀਗਾ ਤੇ ਮੈਂ ਡੈਡੀ ਨੂੰ ਦੱਸ ਕੇ ਕਹਿੰਦੇ ਜਾਓ ਤੇ ਜਲਦੀ। ਉਹਨਾਂ ਨੂੰ ਫਿਕਰ ਰਹਿੰਦੀ ਨਾ ਕਿ ਕੋਈ ਮਿਸ ਹੈਪਨਿੰਗ ਨਾ ਹੋ ਜਾਏ, ਕੁਛ ਨਾ ਹੋ ਜਾਏ, ਫਿਰ ਉਹਨਾਂ ਦੀ ਰਿਸਪੌਂਸ ਹਰੇਕ ਨਹੀਂ ਹੁੰਦੀ ਹੈ, ਉਹ ਤਾਂ ਸੁਭਾਵਿਕ ਹੈ। ਸੋ ਸਾਨੂੰ ਵੀ ਰਹਿੰਦੀ, ਅਸੀਂ ਬਾਹਰ ਜਾਂਦੇ ਤਾਂ ਸ਼ਾਮ ਨੂੰ ਘਰ ਮੁੜਨ ਦੀ ਹੁੰਦੀ ਕਿ ਘਰ ਇਕੱਲੇ ਹੋਣੇ, ਜਲਦੀ ਚਲੋ। ਇਹਨਾਂ ਨੂੰ ਵੀ ਕਹਿੰਦੇ ਤੂੰ ਜਲਦੀ ਆ ਜਾਓ, ਇੱਕ ਜਣਾ ਬਾਹਰ ਹੈ ਤਾਂ ਦੂਸਰਾ ਇੱਥੇ ਰਹੇ। कोशिश इदा करते हैं मैं, पर दोनों ट्रांस हैं तो दोनों ट्रांस एक्टिविस्ट भी हैं। वो ट्रांस मैन वास्ते काम करते हैं, मैं ट्रांस वूमेन वास्ते। सो मतलब ये एडजस्टमेंट होंदी है हर। हुण कल भी असी दिल्ली जाना, 23 तरीक ਨੂੰ महासम्मेलन है किन्नर महोत्सव है ताल कटोरा स्टेडियम 'ਚ, दोनों ने जाना। पर सानू फिक्र भी है कि दोनों ਇਕੱਲੇ ਰਹਿਣਗੇ। ਹਾਂ, ਸਾਨੂੰ ਇਹ ਫਿਕਰ ਰਹਿੰਦਾ ਕਿ ਕੱਲ੍ਹ ਦੀ ਰਾਤ, ਪਰਸੋਂ ਦੀ ਰਾਤ, 2 ਰਾਤ ਅਸੀਂ ਉਹਨਾਂ ਨੇ ਇਕੱਲੇ ਰਹਿਣਾ ਤੇ ਸਾਨੂੰ ਟੈਨਸ਼ਨ। ਮੈਂ ਉਹਨਾਂ ਰੁਦਰ ਨਾਲ ਗੱਲ ਵੀ ਕਰ ਰਹੀ ਸੀ ਵੀ ਮਤਲਬ ਕੋਈ ਸੋਲੂਸ਼ਨ ਹੀ ਨਹੀਂ ਹੈ। ਜਾਣਾ ਵੀ ਜ਼ਰੂਰੀ ਹੈ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਐਕਟਿਵਿਸਟ ਰਹੇ ਹਾਂ ਐਂਡ ਆਪਣੇ ਵਾਸਤੇ ਜੀਣਾ। ਫਿਰ ਸੋਚਦੇ ਕਿ ਆਪਣੇ ਵਾਸਤੇ ਕਿਉਂ ਜੀਣਾ, ਦੁਨੀਆ ਆਪਣੇ ਜਿਹੜਾ ਆਉਣ ਵਾਲੀ ਜਨਰੇਸ਼ਨ ਹੈ ਐਗਜ਼ਾਮਪਲ ਪੈਦਾ ਕਰਨਾ ਕਿ ਯੈਸ। ਐਂਡ ਅਸੀਂ ਰਿਪਰੈਜ਼ੈਂਟ ਵੀ ਕਰਦੇ ਚੰਡੀਗੜ੍ਹ ਨੂੰ ਨੈਸ਼ਨਲ ਲੈਵਲ 'ਤੇ। ਅਤੇ ਜਦੋਂ ਨੈਸ਼ਨਲ ਲੈਵਲ ਦਾ ਕੋਈ ਪ੍ਰੋਗਰਾਮ, ਚਾਹੇ ਮਿਨਿਸਟਰੀ ਦਾ ਹੋਵੇ ਚਾਹੇ ਕਿਸੇ ਦਾ ਵੀ ਹੋਵੇ, ਉਹ ਫਿਰ ਅਸੀਂ ਦੋਨੋਂ ਜਾਂਦੇ ਹੀ ਹਾਂ। ਬਿਲਕੁਲ ਦੇਖਿਆ ਜਾਵੇ ਦਰਬਾਰ ਸਿੰਘ ਜੀ, ਤੁਹਾਡੇ ਨਾਲ ਪਹਿਲਾਂ ਇੱਕ ਲਾਸਟ ਰੁਦਰ ਨਾਲ ਕਰ ਲਈਏ ਗੱਲ ਕਿ ਰੁਦਰ ਤੁਹਾਨੂੰ ਕਿਵੇਂ ਲੱਗਿਆ ਆਖਰਕਾਰ ਕਿ ਜਿਸ ਤਰ੍ਹਾਂ ਇੱਕ ਫੈਮਿਲੀ ਮਿਲਣਾ ਬਹੁਤ ਵੱਡਾ ਸੁਪਨਾ ਹੁੰਦਾ ਹਰ ਇੱਕ ਬੰਦੇ ਦਾ, ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਪਿਆਰ ਤੇ ਇੰਨਾ ਆਪਣਾਪਨ ਹੋਵੇ ਕਿ ਸ਼ਾਇਦ ਆਪਦੇ ਵੀ ਨਹੀਂ ਦਿੰਦੇ ਕਈ ਵਾਰ ਇੰਨਾ, ਤਾਂ ਅਚੰਭਾ ਹੋਇਆ, ਅਜੀਬ ਲੱਗਿਆ ਥੋੜਾ ਜਿਹਾ। अजीब तो नहीं ਲਾਈਫ ਦੇ ਕੀ ਟਵਿਸਟ ਇਸ ਤਰ੍ਹਾਂ ਦੇ ਹੁੰਦੇ ਨੇ, ਜਿਹੜੇ ਅੱਛੇ ਹੁੰਦੇ ਨੇ ਕਈ ਬੁਰੇ ਹੁੰਦੇ ਨੇ, ਪਰ ਇਹ ਅੱਛੇ ਵਾਲਾ ਕਈ ਵਾਰ ਇੰਨਾ ਜ਼ਿਆਦਾ ਅੱਛਾ ਹੁੰਦਾ ਕਿ ਖੁਦ ਦੇ ਵਾਸਤੇ ਉਸ ਚੀਜ਼ ਨੂੰ ਅਡੋਪਟ करना बड़ा मुश्किल लगता है। हाँ, ये तो है, मतलब थोड़ा तो लगता है। मगर जब हम लोग मिलते रहे आपस में, जब बीच में गैप हुआ था, धनंजय जी ने बताया कि 15 दिन का गैप था, तो हम लोग यहाँ पे आते रहे, इनसे मिलते रहे कि मतलब इनको भी हमसे कंफर्टेबिलिटी हो जाए और हमें भी भाई जानना भी अनजानी है एक तरीके से पहले। तो फिर धीरे धीरे मिले तो हम लोग को भी अच्छा लगा। काफ़ी अच्छा नेचर है इनका, काफ़ी कोऑपरेटिव है, काफ़ी केयरिंग है। तो हम लोग ने भी सोचा, हम लोग भी अकेले रह रहे थे, कोई था ही नहीं, मतलब ऑफिस से आए, जैसे अभी इस समय आए हैं ऑफिस से, तो पता है घर पे सब लोग हैं, कोई इंतज़ार कर रहा है घर पे, आए हैं, थोड़ा मतलब लगता है कि फैमिली फीलिंग है। पहले तो अपना आए बैठे, नहीं आए तो भी देर में भी आएंगे तो कोई इशू नहीं था उसमें। तो अब तो है कि फैमिली है, कोई केयर कर रहा है, तो एक अपनापन होता है। अपनी फैमिली छोड़ के वो सब चीज़ें छूट जाती हैं पीछे कि ਜ਼ਿੰਦਗੀ 'ਚ ਗਿਲਾ ਹੋਇਆ ਸੀ ਕਿ ਸਾਡੇ ਆਪਣੇ ਆਖਰਕਾਰ ਸ਼ਾਇਦ ਸਾਡੇ ਆਪਣੇ नहीं हो सके। होता है, क्योंकि हम लोग की लाइफ में ऐसे होता है ना, अपनी फैमिली तो एक्सेप्ट नहीं करती बहुत टाइम पे, बहुत लोगों की फैमिली नहीं एक्सेप्ट करती है। तो कहते हैं ना, फैमिली बाहर कर देती है घर से, तो फिर तो आदमी अकेला हो गया ना। अब हम भी लखनऊ के हैं, तो हम यहाँ अपना शहर छोड़ के यहाँ पे आए, तो यहाँ पे भी अकेले ही थे। फिर धनंजय जी मिले तो इनके संग मतलब हुआ, मगर फैमिली की वो तो नहीं था ना, फैमिली तो नहीं थी कहीं पे, भाई हम दोनों ही थे केवल। तो अब फैमिली मिल गई है, कोई है, कहते सर पे साया भी होना बहुत ज़रूरी होता है, तो वो मिल गया। तो उससे मतलब बहुत ही पॉजिटिव हो गया। अब कहते लगता है ना, पॉजिटिव हो गई एक लाइफ कि मतलब अब लगता है कि सब अच्छा होगा। पहले चीज़ें वो हट गई थी कहीं पे कि बस लाइफ चल रही है। ਕਿਸੇ ਪਿੱਛੇ ਜਿਹੜਾ ਜੇ ਕਿਹਾ ਜਾਵੇ ਦਿਲਵਾਰ ਜੀ, ਦੇਖੀਏ ਉਹ ਪਰਿਵਾਰਾਂ ਨੂੰ ਵੀ ਆਖਰ ਕਹੋਗੇ ਕਿ ਕਮ ਸੇ ਕਮ ਕਈ ਆਪਣਿਆਂ ਨੂੰ ਹੀ ਨਹੀਂ ਅਪਣਾਉਣ ਨੂੰ ਤਿਆਰ ਹੈਗੇ ਲੋਕ, ਤੇ ਤੁਸੀਂ ਜਿਹੜੀ ਮਿਸਾਲ ਪੈਦਾ ਕਰਤੀ ਹੈ ਕਿ ਆਖਰਕਾਰ ਤੁਹਾਡੇ ਦਿਲ ਦੀ ਤੇ ਦਿਮਾਗ ਦੀ ਸਮਝ ਜੇ ਚੰਗੀ ਹੋਵੇ ਤਾਂ ਤੁਸੀਂ ਆਪਣਿਆਂ ਨੂੰ ਤਾਂ ਕਮ ਸੇ ਕਮ ਅਪਣਾ ਸਕਦੇ ਹੋ, ਚਲੋ ਬੇਗਾਨਿਆਂ ਨੂੰ ਬੇਸ਼ੱਕ ਨਾ ਸਹੀ। ਇਹ ਤਾਂ ਸ਼ੁਰੂ ਤੋਂ ਹੀ ਲੋਕਾਂ 'ਚ
ਮੈਂ ਪ੍ਰਚਾਰ ਵੀ ਇਹ ਕਰਦਾ ਰਿਹਾ, ਕੰਮ ਵੀ ਇਸ ਕੰਮ ਲਈ ਕਰਦਾ ਰਿਹਾ ਵੀ ਘੱਟੋ ਘੱਟ ਇੱਕ ਕਰਕੇ ਦਿਖਾਤਾ। ਘਰ ਰੱਖੋ, ਘੱਟੋ ਘੱਟ ਆਪਣੇ ਟੱਬਰ 'ਚ ਹੀ ਇਕੱਠੇ ਰਹੋ, ਪੜੋਸੀਆਂ ਨਾਲ ਚੰਗਾ ਵਿਵਹਾਰ ਰੱਖੋ ਔਰ ਪਿੰਡ ਦੇ ਲੋਕਾਂ ਨਾਲ ਚੰਗਾ ਵਿਵਹਾਰ ਰੱਖੋ। ਕਮਿਊਨਿਟੀ 'ਚ ਸਾਰੀ ਕਮਿਊਨਿਟੀ ਦੇ ਇੱਕੋ ਜਿਹੇ ਬੰਦੇ ਆਪਾਂ, ਤੁਹਾਨੂੰ ਵੀ ਪਤਾ ਹੋਣਾ ਹੈ, ਜਦੋਂ ਪਾਰਟੀਸ਼ਨ ਤੋਂ ਪਹਿਲਾਂ ਸਾਂਝੀ ਹੁੰਦੇ ਸੀ ਜਿਹੜੇ, ਉਹਨਾਂ ਨੂੰ ਤਾਇਆ ਚਾਚਾ ਕਹਿ ਕੇ ਬੁਲਾਉਂਦੇ ਸੀ, ਭੂਆ ਮਾਸੀ ਕਹਿ ਕੇ ਬੁਲਾਉਂਦੇ ਸੀ, ਕਦੇ ਇਹਦੇ ਨਾਲ ਰਿਸ਼ਤਾ ਹੁੰਦਾ ਸੀ ਹਰ ਇੱਕ। ਰਿਸ਼ਤਾ ਹੁੰਦਾ ਸੀ ਤੇ ਉਹ ਰਿਸ਼ਤੇ ਹੀ ਖਤਮ ਕਰਤੇ ਪੋਲੀਟਿਕਸ ਨੇ। ਤੇ ਇਸ ਕਰਕੇ ਇਹਦੇ ਲਈ ਵੀ ਲੜਾਈ ਲੜ ਰਹੇ ਆ। ਇਹਨਾਂ ਦਾ ਜਿਹੜਾ ਇਹਨਾਂ 'ਚ ਬਾਇਓਲੋਜੀਕਲ ਕੋਈ ਜਿਹੜਾ ਕਮੀ ਹੈ, ਉਹਦਾ ਜ਼ਿੰਮੇਵਾਰ ਤਾਂ ਮੈਂ ਆ ਜਿਹਨੂੰ ਪੈਦਾ ਹੋਇਆ ਕੀਤਾ। ਇਹਨਾਂ ਦਾ ਕੀ ਕਸੂਰ ਹੈ? ਤੇ ਇਹਨਾਂ ਤੇ ਸਿਰ ਤੇ ਮੜ ਕੇ ਉਹ ਇਹਨਾਂ ਨੂੰ ਅਸੀਂ ਨਫ਼ਰਤ ਕਰੀਏ। ਅਸੀਂ ਲੈਟ ਅਸ ਕਮ ਫਾਰਵਰਡ, ਲੋਕਾਂ ਨੂੰ ਕਹੀਦਾ ਵੀ ਇਹਨਾਂ ਨੂੰ ਅਪਣਾਓ। ਤੁਸੀਂ ਇਹਨਾਂ ਨੂੰ ਦੁੱਖ ਦਿੱਤਾ ਹੈ ਜਿਹੜਾ ਹੈਗਾ, ਇਹਦੇ ਜ਼ਿੰਮੇਵਾਰ ਇਹਦੇ ਤੁਸੀਂ ਦੇਣ ਵਾਲੇ ਹੋ। ਇਹਨਾਂ ਤੋਂ ਮਾਫੀ ਮੰਗੋ ਉਲਟਾ ਵੀ ਵੀ ਆਰ ਸੌਰੀ। ਜੇ ਸਾਡੇ ਕੋਈ ਹੈਂਡੀਕੈਪ ਬੱਚਾ ਜੰਮ ਪਏ, ਉਹਨੂੰ ਤਾਂ ਨਹੀਂ ਛੱਡਦੇ, ਫਿਰ ਉਹਨੂੰ ਅਸੀਂ ਸਾਰੀ ਉਮਰ ਪਾਲਦੇ ਹਾਂ। ਤੇ ਇਹ ਤਾਂ ਹੱਟੇ ਕੱਟੇ ਨੇ ਆ। ਦੇਖੋ ਹੁਣ ਰੁਦਰ ਪ੍ਰਤਾਪ ਸਿੰਘ, ਹੀ ਕੈਨ ਡੂ ਐਨੀਥਿੰਗ ਐਕਸੈਪਟ ਵਨ ਥਿੰਗ। ਤੇ ਸਾਡੇ 'ਚੋਂ 50 ਬੰਦੇ ਜਿਹੜੇ ਚੰਗੇ ਭਲੇ ਨਜ਼ਰ ਆਉਂਦੇ ਨੇ, ਬਸ ਉਹ ਹੈਗੇ ਕਿੰਦਰ ਹੀ। 50% ਲੋਕ ਜਿਹੜੇ ਹੁਣ ਨਸ਼ੇ ਕਰਦੇ ਨੇ, ਉਹਨਾਂ ਕੀ ਹੈ ਉਹਨਾਂ 'ਚ, ਸਮਝਿਆ ਕਿ ਨਹੀਂ? ਇਸ ਕਰਕੇ ਇਸ ਗੱਲ ਨੂੰ ਮਿਟਾਉਣੀ ਚਾਹੀਦੀ ਹੈ। ਸਾਰੇ ਇਕੱਠੇ ਹੋ ਕੇ ਇਹਨਾਂ ਦੀ ਮਦਦ ਕਰੋ, ਇਹਨਾਂ ਨੂੰ ਅਪਣਾਓ। ਇਹ ਬੜੇ ਬਹਾਦਰ ਲੋਕ ਨੇ, ਬੜੇ ਇਮਾਨਦਾਰ ਲੋਕ ਨੇ, ਬੜੇ ਫੇਥਫੁਲ ਲੋਕ ਨੇ। ਇਹਨਾਂ 'ਚ ਕੋਈ ਗੱਦਾਰ ਨਹੀਂ ਪੈਦਾ ਹੋਇਆ ਅੱਜ ਤੱਕ, ਇਤਿਹਾਸ ਗਵਾਹ ਹੈ। ਬੜੇ ਬੜੇ ਲੋਕ ਇਹਨਾਂ 'ਚ ਪੈਦਾ ਹੋਏ ਨੇ। ਹੋਰ ਬਹੁਤ ਸਾਰੇ ਲੋਕ ਇਹਨਾਂ ਸੀ ਜਿਹੜੇ ਬਹੁਤ ਹਿਸਟਰੀ ਨੇ, ਅੱਜ ਕਿਤਾਬਾਂ ਸਾਡੇ ਗ੍ਰੰਥਾਂ 'ਚ ਉਹਨਾਂ ਦਾ ਜ਼ਿਕਰ ਹੈ। ਇਸ ਕਰਕੇ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਔਰ ਬਾਕਾਇਦਾ ਤੌਰ 'ਤੇ ਕੰਮ ਕਰੂੰਗਾ ਆਖਰੀ ਦਮ ਤੱਕ ਕਿ ਇਹ ਭੇਦਭਾਵ ਮਿਟਾ ਕੇ ਇਕੱਠੇ ਹੋ। ਲੋੜ ਇਹੀ ਚੀਜ਼ਾਂ ਦੀ ਹੁੰਦੀ ਹੈ, ਕਿਉਂਕਿ ਜਦੋਂ ਜੇ ਦੂਰੋਂ ਰਹਿ ਕੇ ਦੇਖਦੇ ਹਾਂ ਕਿ ਜਦੋਂ ਇਸ ਤਰ੍ਹਾਂ ਦੇ ਨਾਲ ਜਿਵੇਂ ਦੇਖੀਏ ਕਿ ਪਰਿਵਾਰ ਇੱਕ ਚੰਗਾ ਹੱਸਦਾ ਵੱਸਦਾ ਪਰਿਵਾਰ ਸੋਹਣਾ ਲੱਗਦਾ, ਤਾਂ ਸਾਡੀ ਵੀ ਕੋਸ਼ਿਸ਼ ਇਹਦੇ ਵਿੱਚ ਇੱਕੋ ਹੀ ਚੀਜ਼ ਬਣਦੀ ਹੈ ਵੀ ਜੇਕਰ ਇਹ ਸਰਦਾਰ ਸਾਹਿਬ ਨੇ ਐਡਾ ਵੱਡਾ ਫੈਸਲਾ ਲਿਆ ਤੇ ਇੱਕ ਕਿੰਨਰ ਨੂੰ ਆਪਣਾ ਜਿਹੜਾ ਅਡਾਪਟ ਕਰਿਆ ਤੇ ਇੱਕ ਪੂਰੀ ਫੈਮਿਲੀ ਬਣੀ ਹੈ, ਤਾਂ ਇਕੱਲਾ ਉਹਨਾਂ ਦੀ ਗੱਲ ਬਿਲਕੁਲ ਸਹੀ ਹੈ। ਕਹਿੰਦੇ ਕਸੂਰ ਕੋਈ ਇਹਨਾਂ ਦਾ ਨਹੀਂ ਹੈਗਾ ਕਿ ਇਹਨਾਂ ਨੇ ਕੋਈ ਅਜਿਹਾ ਮਾੜਾ ਕੰਮ ਕਰਤਾ, ਬਸ ਕਿ ਕਸੂਰ ਉਸ ਸਿਸਟਮ ਦਾ ਹੈ ਜਿਹਦੇ ਵਿੱਚ ਸ਼ਾਇਦ ਅਸੀਂ ਆਪਦੇ ਆਪ ਨੂੰ ਐਡਜਸਟ ਕਰਦੇ ਕਰਦੇ ਬਹੁਤ ਸਾਰੀ ਚੀਜ਼ਾਂ ਤੋਂ ਪਰੇ ਹੋ ਗਏ ਹਾਂ। ਤੇ ਲੋੜ ਹੁਣ ਆਉਂਦੇ ਸਮੇਂ ਦੇ ਦੌਰਾਨ ਇਹੀ ਚੀਜ਼ ਦੀ ਰਹਿੰਦੀ ਹੈ ਕਿ ਆਖਰ ਅਸੀਂ ਕਦੋਂ ਬਦਲਣਾ ਹੈ। ਬਦਲਣਾ ਉਹਨਾਂ ਨੇ ਨਹੀਂ, ਬਦਲਣਾ ਅਸੀਂ ਆ। ਤੇ ਉਹੀ ਚੀਜ਼ਾਂ ਨੂੰ ਦੇਖਦੇ ਹੋਏ ਇਹ ਇੱਕ ਉਦਾਹਰਨ ਜਿਹੜੀ ਜੇ ਕਹੀਏ ਕਿ ਆਉਂਦੇ ਸਮੇਂ ਤੱਕ ਜੇ ਕਿਹਾ ਜਾਵੇ ਕਿਤੇ ਨਾ ਕਿਤੇ ਲੋਕ ਦੇਖਣਗੇ ਤੇ ਬਦਲਦੇ ਕਿੰਨੇ ਨੇ, ਉਹ ਚੀਜ਼ ਜ਼ਰੂਰ ਕਿਤੇ ਨਾ ਕਿਤੇ ਦੇਖਣੀ ਹੋਊਗੀ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮਿਸਿੰਗ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।